ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਗੁਰ ਕਿਰਪਾ ਦੁਆਰਾ ਕਰਾਂਗੇ। ਪਾਤਸ਼ਾਹ ਕਹਿੰਦੇ, ਅਸੰਖ ਨਾਭ ਅਸੰਖ ਥਾਪ। ਜਿਵੇਂ ਪਿੱਛੇ ਵੀ ਆਪਾਂ ਜਿੰਨੀ ਵੀ ਵਿਚਾਰ ਕੀਤੀ ਹੈ, ਉਹਦੇ ਵਿੱਚ ਵੀ ਅਸੰਖਾਂ ਦੀ ਹੀ ਗੱਲ ਕੀਤੀ ਗਈ ਹੈ। ਹੁਣ ਇੱਥੇ ਵੀ ਅਸੰਖਾਂ ਦਾ ਹੀ ਵਿਖਿਆਨ ਹੈ ਕਿ ਅਸੰਖ ਹੀ ਤੇਰੇ ਨਾਮ ਹਨ। ਸੋ ਗੁਰਬਾਣੀ ਦੇ ਵਿੱਚ ਕਿਤੇ ਵੀ ਇਹ ਗੱਲ ਸਿੱਧ ਨਹੀਂ ਹੁੰਦੀ ਕਿ ਜਿਹੜਾ ਵਾਹਿਗੁਰੂ ਸ਼ਬਦ ਹੈ ਇਹ ਨਾਮ ਹੈ। ਪੂਰੀ ਗੁਰਬਾਣੀ ਦੇ ਅੰਦਰ ਕਿਤੇ ਵੀ ਵਾਹਿਗੁਰੂ ਸ਼ਬਦ ਦੇ ਨਾਲ ਨਾਮ ਲਿਖਿਆ ਨਹੀਂ ਮਿਲਦਾ। ਜਿਵੇਂ ਰਾਮ ਨਾਮ, ਹਰ ਨਾਮ, ਗੋਬਿੰਦ ਨਾਮ, ਇਹਨਾਂ ਦੇ ਨਾਲ ਨਾਮ ਲਿਖਿਆ ਮਿਲਦਾ, ਪਰ ਵਾਹਿਗੁਰੂ ਸ਼ਬਦ ਦੇ ਨਾਲ ਕਿਤੇ ਵੀ ਨਾਮ ਨਹੀਂ ਲਿਖਿਆ ਮਿਲਦਾ। ਸੋ ਅਸਲ ਵਿੱਚ ਜਿਹੜਾ ਵਾਹਿਗੁਰੂ ਸ਼ਬਦ ਹੈ, ਇਹ ਉਸ ਦੀ ਸਿਫਤ ਹੈ। ਇਹ ਦੋ ਸ਼ਬਦਾਂ ਦਾ ਸੰਧੀ ਛੇਦ ਹੈ, ਵਾਹ ਗੁਰੂ। ਪਰ ਸਾਡੀ ਸਿੱਖ ਮੱਤ ਦੇ ਅੰਦਰ ਇਹ ਸ਼ਬਦ ਅੱਜ ਨਾਮ ਦੇ ਰੂਪ ਦੇ ਵਿੱਚ ਪ੍ਰਚਲਿਤ ਹੋ ਗਿਆ। ਅਸੀਂ ਇਸ ਨੂੰ ਵਾਹਿਗੁਰੂ ਨਾਮ ਕਹਿਣ ਲੱਗ ਗਏ। ਜਿਹੜਾ ਵਾਹੇ ਸ਼ਬਦ ਹੈ, ਇਹ ਫਾਰਸੀ ਭਾਸ਼ਾ ਦਾ, ਤੇ ਗੁਰੂ ਸ਼ਬਦ ਹੈ ਉਹ ਸੰਸਕ੍ਰਿਤ ਭਾਸ਼ਾ ਦਾ। ਹੁਣ ਇਹ ਦੋਨੇ ਭਾਸ਼ਾਵਾਂ ਵੱਖੋ ਵੱਖਰੀਆਂ ਨੇ। ਵਾਹੇ ਸ਼ਬਦ ਤੇ ਗੁਰੂ ਸ਼ਬਦ ਕਬੀਰ ਸਾਹਿਬ ਨੇ ਵੀ ਵਰਤਿਆ ਹੋਇਆ, ਨਾਮਦੇਵ ਜੀ ਨੇ ਵੀ ਵਰਤਿਆ, ਪਾਤਸ਼ਾਹੀਆਂ ਨੇ ਵੀ ਵਰਤੇ, ਪਰ ਵੱਖੋ ਵੱਖਰਾ। ਵਾਹੇ ਗੁਰੂ ਵੱਖੋ ਵੱਖਰਾ, ਇਕੱਠਾ ਨਹੀਂ। ਇਸੇ ਤਰ੍ਹਾਂ ਹੀ ਸਵਈਆਂ ਦੇ ਅੰਦਰ ਜਿੱਥੇ ਭੱਟ ਸਾਹਿਬਾਨਾਂ ਨੇ ਇਹਨੂੰ ਵਰਤਿਆ, ਉੱਥੇ ਵੀ ਇਹ ਵੱਖੋ ਵੱਖਰਾ। ਇਹ ਸਿਫਤੀ ਸ਼ਬਦ ਹੈ। ਜਦੋਂ ਸਾਡੇ ਅੰਦਰੋਂ ਹੁਕਮ ਪ੍ਰਗਟ ਹੁੰਦਾ ਹੈ, ਗੁਰੂ ਹੈ ਸ਼ਬਦ, ਹੁਕਮ, ਜਦੋਂ ਉਹ ਸਾਡੀ ਸੁਰਤ ਦੇ ਵਿੱਚ ਪ੍ਰਗਟ ਹੋ ਜਾਂਦਾ, ਜਦੋਂ ਉਹ ਵਿਸਮਾਦ ਹੁੰਦਾ, ਉਦੋਂ ਵਾਹੇ ਸ਼ਬਦ ਪ੍ਰਗਟ ਹੁੰਦਾ ਕਿ ਜਿਹੜਾ ਹੁਕਮ ਹੈ ਇਹ ਤਾਂ ਬਹੁਤ ਵਿਸ਼ਾਲ ਹੈ, ਸਰਬ ਵਿਆਪੀ ਹੈ। ਜਿਵੇਂ ਪਾਤਸ਼ਾਹ ਕਹਿੰਦੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਕਿ ਜਿਹੜੀ ਬਾਣੀ ਹੈ ਉਹ ਹੁਕਮ ਰੂਪ 'ਚ ਹੈ। ਇਹ ਤਾਂ ਨਿਰਾਕਾਰ ਹੈ, ਇਹਦਾ ਤਾਂ ਕੋਈ ਆਕਾਰ ਹੀ ਨਹੀਂ, ਪਰ ਸਾਰੇ ਪਾਸੇ ਹੈ ਵੀ। ਸੋ ਵਿਆਕਰਨ ਦੇ ਮੁਤਾਬਕ ਵੀ ਇਹ ਨਾਉਨ ਹੈ, ਨਾਉ ਨਹੀਂ। ਨਿਰੰਕਾਰ ਸ਼ਬਦ ਹੈ ਜਿਹੜਾ ਵਿਸ਼ੇਸ਼ਣ ਹੈ, ਤੇ ਨਿਰਾਕਾਰ ਦਾ ਇੱਕ ਨਿਰੰਕਾਰ ਸ਼ਬਦ ਹੈ, ਇੱਕ ਨਿਰਾਕਾਰ ਸ਼ਬਦ ਹੈ। ਪਰ ਜਿਹੜਾ ਉਸ ਦਾ ਨਾਮ ਹੈ ਉਹ ਨਿਰੰਕਾਰ ਹੈ। ਨਾਉ ਤੇਰਾ ਨਿਰੰਕਾਰ ਹੈ, ਨਾ ਇਹ ਲਈਏ ਨਰਕ ਨਾ ਜਾਈਏ। ਹਾਕਮ ਹੈ ਜਿਹੜਾ ਉਹ ਨਿਰੰਕਾਰ ਹੈ, ਹੁਕਮ ਹੈ ਨਿਰਾਕਾਰ ਹੈ। ਗੁਰਬਾਣੀ ਵਿੱਚ ਨਾਮ ਹੈ ਜਿਹੜਾ ਸ਼ਬਦ ਵਰਤਿਆ ਗਿਆ, ਉਹ ਹੁਕਮ ਨੂੰ ਵਰਤਿਆ ਗਿਆ, ਹੁਕਮ ਦੇ ਲਈ ਵਰਤਿਆ ਗਿਆ। ਸੋ ਗੁਰਬਾਣੀ ਹੁਕਮ ਦੀ ਵਿਆਖਿਆ। ਜੋ ਹਾਕਮ ਨੇ ਬਾਣੀ ਦਿੱਤੀ ਹੈ, ਜੋ ਗੁਰੂ ਨੇ ਹੁਕਮ ਦਿੱਤਾ, ਉਸ ਹੁਕਮ ਦੀ ਗੁਰਬਾਣੀ 'ਚ ਵਿਆਖਿਆ ਕਰਤੀ ਵੀ ਹੁਕਮ ਇਸ ਤਰ੍ਹਾਂ ਦਾ ਹੈ। ਉਸ ਹੁਕਮ ਨੂੰ ਹੁਣ ਇਹ ਮੇਰੇ ਮਨ ਤਾਂ ਬੁੱਝਣਾ, ਸਮਝਣਾ, ਵਿਚਾਰਨਾ, ਜਾਣਨਾ, ਜਾਣ ਕੇ, ਪਛਾਣ ਕੇ, ਸਮਝ ਕੇ, ਬੁੱਝ ਕੇ ਉਸ ਹੁਕਮ ਅਨੁਸਾਰ ਤਾਂ ਚੱਲਣਾ। ਜੇ ਦੂਸਰੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਜਿਹੜਾ ਜੀਵ ਹੈ, ਜਿਹੜਾ ਸਾਡਾ ਮੂਲ ਹੈ, ਉਹ ਵੀ ਨਿਰਾਕਾਰ ਹੀ ਹੈ, ਪਰ ਨਿਰੰਕਾਰ ਨਹੀਂ।
ਨਿਰੰਕਾਰ ਇਸ ਜੀਵ ਨੇ ਬਣਨਾ ਹੈ। ਨਿਰਾ ਆਕਾਰ ਤੋਂ ਨਿਰੰਕਾਰ ਬਣਨਾ ਹੈ। ਹੁਕਮ ਪ੍ਰਾਪਤ ਕਰਕੇ ਹੁਕਮੀ ਬਣਨਾ ਹੈ। ਇੱਕ ਹੋ ਕੇ ਉੱਗਣਾ ਹੈ। ਹੁਣ ਰੁੱਤ ਹੈ, ਹੁਣ ਸਮਾਂ ਹੈ। ਸੋ ਨਿਰਾਕਾਰ ਬਣਨਾ, ਨਿਰਾਕਾਰ ਤੋਂ ਨਿਰੰਕਾਰ ਜੀਵ ਨੇ ਬਣਨਾ, ਇਹੀ ਮੰਜ਼ਿਲ ਹੈ। ਤੇ ਜੀਵ ਇਸੇ ਨੂੰ ਹੀ ਪ੍ਰਾਪਤ ਕਰਨ ਵਾਸਤੇ ਆਇਆ। ਸੋ ਪਾਤਸ਼ਾਹ ਨੇ ਵਰਤਿਆ ਸ਼ਬਦ ਅਸੰਖ ਨਾਭ। ਨਾਭ ਸ਼ਬਦ ਹੈ ਜਿਹੜਾ ਬਹੁਵਚਨ ਹੈ, ਕਿ ਤੇਰੇ ਗੁਣ ਕਿੰਨੇ ਨੇ, ਅਸੰਖ ਹੀ ਨੇ। ਥੋੜੇ ਜਿਹੇ ਜਾਣਦੇ ਹਾਂ, ਬਹੁਤੇ ਨਹੀਂ ਜਾਣਦੇ। ਜਿਵੇਂ ਉਹਨੂੰ ਦਾਤਾ ਕਹਿ ਦਿੰਦੇ, ਕਰਤਾਰ ਕਹਿ ਦਈਦਾ, ਦੀਨ ਦਿਆਲ ਕਹਿ ਦਈਦਾ, ਬਖਸ਼ਿੰਦ ਕਹਿੰਦੇ ਆ, ਕਿਰਪਾਲ ਕਹਿੰਦੇ ਆ, ਰਹੀਮ ਕਹਿੰਦੇ ਆ, ਬੇਅੰਤ। ਜੀਵ ਆਤਮਾ ਦੇ ਨਾਮ ਵੀ ਹਨ। ਜਿਹੜਾ ਸਾਡੇ ਅੰਦਰ ਜੀਵ ਹੈ, ਇਹਦੇ ਵੀ ਬੜੇ ਨਾਮ ਰੱਖੇ ਗਏ ਗੁਰਬਾਣੀ ਦੇ ਅੰਦਰ। ਜੀਵ ਨੂੰ ਹੀ ਆਤਮਾ ਕਹਿ ਦਿੰਦੇ ਆ, ਪ੍ਰਾਤਮਾ ਕਹਿ ਦਿੰਦੇ ਆ, ਬ੍ਰਹਮ ਕਹਿ ਦਿੰਦੇ ਆ, ਪੂਰਨ ਬ੍ਰਹਮ, ਪਾਰ ਬ੍ਰਹਮ। ਜਦੋਂ ਤਾਂ ਨਿਰੰਕਾਰ ਹੈ, ਉਦੋਂ ਇਹ ਪਾਰ ਬ੍ਰਹਮ ਹੈ। ਬਾਕੀ ਅਸੀਂ ਕੁਝ ਵੀ ਨਾਮ ਰੱਖੇ ਹੋਏ ਹਨ, ਜਿਵੇਂ 10ਵੇਂ ਪਾਤਸ਼ਾਹ ਵੀ ਕਹਿੰਦੇ ਆ, ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ। ਜੈਸੀ ਕਿਸੇ ਕੋਲ ਸਮਤ ਹੈ, ਤੈਸਾ ਹੀ ਨਾਮ ਵਰਣਨ ਕਰ ਦਿੱਤਾ। ਸੋ ਅਸੰਖਾਂ ਹੀ ਨਾਮ ਨੇ, ਉਹਦਾ ਕੋਈ ਇੱਕ ਨਾਮ ਨਹੀਂ ਹੈ। ਨਾਮ ਦਾ ਭਾਵ ਹੈ ਉਹਦੇ ਗੁਣ, ਕਿ ਉਹਦੇ ਵਿੱਚ ਗੁਣ ਬਹੁਤ ਨੇ। ਉਹੀ ਗੁਣ ਜਿਹੜੀ ਜੋਤ ਸਾਡੇ ਹਿਰਦੇ 'ਚ ਆਈ ਹੈ, ਉਹਦੇ 'ਚ ਵੀ ਹੈ। ਸਾਡੇ ਵਾਲੇ ਜਿਹੜੇ ਗੁਣ ਨੇ ਉਹ ਗਲੇ ਹੋਏ ਨੇ, ਅਸੀਂ ਉਹਨਾਂ ਨੂੰ ਸੁਰਜੀਤ ਕਰਨਾ। ਜਿਹੜੀਆਂ ਜੋਤਾਂ ਸੱਚਖੰਡ ਦੇ ਅੰਦਰ ਨੇ, ਉਹਨਾਂ ਦੇ ਗੁਣ ਪੂਰੇ ਹੈ, ਉਹ ਭਰਪੂਰ ਨੇ, ਉਹ ਸਲਾਮਤ ਨੇ, ਉਹ ਨਿਰੰਕਾਰ ਨੇ। ਜਿਵੇਂ ਜਿਵੇਂ ਅਸੀਂ ਉਹਦੇ ਹੁਕਮ ਨੂੰ, ਤਬ ਸਰਬ ਨਾਮ ਕਥਾ, ਕਿ ਜਿਹੜਾ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਉਹਦਾ ਹੁਕਮ ਚੱਲਦਾ, ਨਾਮ ਚੱਲਦਾ, ਉਹਨੂੰ ਅਸੀਂ ਕਥਾ, ਉਹਦੀ ਕਥਾ ਕਰਨੀ ਹੈ, ਉਹਦੀ ਵਿਚਾਰ ਕਰਨੀ। ਕਵਨ ਕਰਮ, ਫਿਰ ਜਿਵੇਂ ਅਸੀਂ ਉਹਦੀ ਕਥਾ ਕਰਦੇ ਹਾਂ, ਉਵੇਂ ਹੀ ਸਾਡਾ ਕਰਮ ਵੀ ਹੋਣਾ ਚਾਹੀਦਾ। ਜਿਹੜੀ ਸਾਡੀ ਸੋਚ ਹੈ, ਉਸ ਹੁਕਮ ਅਨੁਸਾਰੀ ਵੀ ਹੋਣੀ ਚਾਹੀਦੀ। ਨਾਮ ਵਰਣਤ ਸੁਮਤ, ਫਿਰ ਅਸੀਂ ਉਸ ਨਾਮ ਦੀ ਵਿਆਖਿਆ ਵੀ ਕਰਨੀ ਹੈ, ਵਰਣਨ ਵੀ ਕਰਨਾ। ਉਹ ਨਾਮ ਦੀ ਵਿਆਖਿਆ, ਉਸ ਨਾਮ ਦੀ ਵਿਚਾਰ ਕਰਨੀ, ਕਿ ਜਿਹਦੇ ਨਾਲ ਸਾਨੂੰ ਸੁਮਤ ਮਿਲੇ। ਸਾਡੀ ਜਿਹੜੀ ਬੁੱਧੀ ਹੈ ਉਹ ਸ਼ੁੱਧ ਹੋਵੇ, ਸਾਡੀ ਬੁੱਧੀ ਦੇ ਅੰਦਰੋਂ ਮੈਲ ਖਤਮ ਹੋਵੇ। ਅਸੰਖ ਨਾਮ, ਅਸੰਖ ਥਾਪ। ਹੁਣ ਥਾਪ ਤੋਂ ਭਾਵ ਹੈ ਅਵਸਥਾ। ਪੈਦਾ ਕਰਨ ਵੇਲੇ ਹੋਰ, ਪਾਲਣ ਕਰਨ ਵੇਲੇ ਹੋਰ, ਨਾਸ ਕਰਨ ਵੇਲੇ ਹੋਰ ਹੁੰਦੀ, ਸੁਧਾਰ ਕਰਨ ਵੇਲੇ ਹੋਰ। ਹੁਣ ਹਰ ਗੁਣ ਦੀ ਅਲੱਗ ਅਲੱਗ, ਜੀਵ ਦੀ ਅਲੱਗ ਅਲੱਗ ਅਵਸਥਾ ਵੀ ਹੈ। ਜਿਵੇਂ ਦਿਆਲ ਹੋਣ ਵੇਲੇ ਕਿੰਨਾ ਕੁ ਦਿਆਲ ਹੈ, ਹਰ ਗੁਣ ਕਿਸੇ ਮਾਤਰਾ ਵਿੱਚ ਹੁੰਦੇ ਆ, ਕਿਤੇ ਘੱਟ ਹੁੰਦੇ ਆ, ਕਿਤੇ ਵੱਧ ਹੁੰਦੇ ਆ। ਕਈ ਵਾਰ ਅਸੀਂ ਕਿਸੇ ਤੇ ਥੋੜ੍ਹੀ ਜਿਹੀ ਦਇਆ ਕਰਦੇ ਹਾਂ, ਕਈ ਵਾਰ ਅਸੀਂ ਕਿਸੇ ਤੇ ਕਰਦੇ ਹੀ ਨਹੀਂ। ਪੂਰਨ ਦਇਆ ਉਦੋਂ ਉਪਜਦੀ ਹੈ ਜਦੋਂ ਤਨ ਤੇ ਮਨ ਤੇ ਧਨ ਗੁਰੂ ਪਰਮੇਸ਼ਰ ਨੂੰ ਸੌਂਪਿਆ ਜਾਂਦਾ, ਉਦੋਂ ਪੂਰੀ ਅਵਸਥਾ ਹੈ। ਤੇ ਜੇ ਇਹ ਕੁਝ ਸੌਂਪਿਆ ਆਪਣੇ ਫਾਇਦੇ ਵਾਸਤੇ, ਤਾਂ ਮਨ ਤੰਗ ਕਰਦਾ,
ਤਨ ਦੇ ਅੰਦਰ ਚਿੰਤਾ ਰਹਿੰਦੀ ਹੈ, ਧਿਆਨ ਪੂਰਾ ਨਹੀਂ, ਟਿਕਾ ਨਹੀਂ ਆਉਂਦਾ। ਜਦੋਂ ਅਸੀਂ ਆਪਣਾ ਭਲਾ ਸੋਚਦੇ, ਪਰ ਜਦੋਂ ਅਸੀਂ ਆਪਣਾ ਭਲੇ ਦੇ ਨਾਲ ਨਾਲ ਦੂਸਰਿਆਂ ਦਾ ਭਲਾ ਵੀ ਸੋਚਦੇ ਹਾਂ, ਫਿਰ ਸਾਨੂੰ ਸੁੱਖ ਵੀ ਮਿਲਦਾ। ਜਿਵੇਂ ਇੱਕ ਚੋਰ ਨੂੰ ਫੜ ਕੇ ਸਰਕਾਰ ਦੇ ਹਵਾਲੇ ਕਰ ਦਿੱਤਾ ਤੇ ਸਾਨੂੰ ਹੀ ਨੁਕਸਾਨ ਕਰ ਰਿਹਾ ਸੀ। ਮਨ ਨੇ ਕੀ ਪੁਆੜੇ ਪਾਏ ਉਹ ਸਾਨੂੰ ਪਤਾ ਹੀ ਹੈ। ਮਨ ਸਾਨੂੰ ਤੰਗ ਕਰਦਾ ਹੈ। ਜੇ ਅਸੀਂ ਮਨ ਨੂੰ ਫੜ ਕੇ ਆਪਣੇ ਮੂਲ ਨੂੰ ਫੜਾ ਦਈਏ ਤਾਂ ਫਿਰ ਅਸੀਂ ਸੌਖੇ ਹੋ ਜਾਵਾਂਗੇ। ਸੋ ਆਪਣੇ ਉੱਪਰ ਆਪਣੀ ਦਇਆ ਹੈ। ਤਨ ਮਨ ਧਨ ਦੀ ਚਿੰਤਾ ਉਸ ਨੂੰ ਸੌਂਪ ਦੇਣੀ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਅਗੰਮ ਹੈ, ਉਹ ਤਾਂ ਬੁੱਧੀ ਤੋਂ ਪਰੇ ਹੈ। ਉਹਦੇ ਵਿੱਚ ਤਾਂ ਅਸੰਖਾਂ ਹੀ ਗੁਣ ਨੇ, ਪਰ ਹਰ ਗੁਣ ਵਿੱਚ ਵੱਖ-ਵੱਖ ਅਵਸਥਾ ਵੀ ਹੈ। ਇਸ ਗੱਲ ਦਾ ਵੀ ਧਿਆਨ ਰੱਖਣਾ ਹੈ। ਇਹ ਜ਼ਰੂਰੀ ਹੈ ਕਿ ਅਸੰਖ ਨਾਭ ਅਸੰਖ ਥਾ। ਜਿਹੋ ਜਿਹਾ ਕਿਸੇ ਕੋਲ ਸੁਗਿਆਨ ਹੈ ਉਸੇ ਤਰ੍ਹਾਂ ਦੀ ਉਹਦੀ ਅਵਸਥਾ ਬਣਦੀ ਹੈ। ਜੇ ਨਿਰਾਕਾਰੀ ਗਿਆਨ ਹੈ ਤਾਂ ਨਿਰਾਕਾਰੀ ਅਵਸਥਾ ਵੱਧਦੀ ਹੈ, ਜੇ ਸੰਸਾਰੀ ਗਿਆਨ ਹੈ ਤਾਂ ਸੰਸਾਰੀ ਅਵਸਥਾ ਬਣਦੀ ਹੈ। ਜੇ ਸੰਸਾਰੀ ਨਾਭ ਹੈ ਤਾਂ ਸੰਸਾਰੀ ਅਵਸਥਾ ਵੱਧਦੀ ਹੈ, ਜੇ ਨਿਰਾਕਾਰੀ ਨਾਭ ਹੈ ਤੇ ਨਿਰਾਕਾਰੀ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਅਸੰਖ ਨਾਭ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋ। ਸੋ ਵੈਸੇ ਮਨ ਦੇਣਾ ਬਹੁਤ ਔਖਾ ਹੈ, ਕਿਉਂਕਿ ਮਨ ਤਾਂ ਦਿੱਤਾ ਜਾਊ ਜੇ ਮਨ ਬਾਰੇ ਪਤਾ ਹੋ। ਸੋ ਪਹਿਲਾਂ ਮਨ ਬਾਰੇ ਪਤਾ ਕਰਨਾ ਪਊਗਾ, ਪਹਿਲਾਂ ਤਨ ਚੋਂ ਮਨ ਖੋਜਣਾ ਪਊਗਾ। ਜਦੋਂ ਪਤਾ ਲੱਗ ਗਿਆ ਕਿ ਇਹ ਮਨ ਹੈ, ਫਿਰ ਉਹ ਭੇਟਾ ਕੀਤਾ ਜਾਂਦਾ, ਤੇ ਭੇਟਾ ਕੀਤਾ ਜਾਂਦਾ ਸਤਿਗੁਰ ਦੇ ਅੱਗੇ, ਆਪਣੇ ਮੂਲ ਦੇ ਅੱਗੇ। ਇਹ ਹੈ ਆਪਣੇ ਉੱਪਰ ਦਇਆ ਕਰਨੀ। ਤਨ ਮਨ ਧਨ ਦੀ ਚਿੰਤਾ ਉਸ ਨੂੰ ਸੌਂਪ ਦੇਣੀ, ਆਪਣੇ ਮੂਲ ਦੇ ਅੱਗੇ ਭੇਟਾ ਕਰ ਦੇਣੀ। ਜਦੋਂ ਕੋਈ ਚੀਜ਼ ਕਿਸੇ ਦੇ ਅੱਗੇ ਭੇਟਾ ਹੋ ਜਾਂਦੀ ਹੈ, ਫਿਰ ਉਹਨੂੰ ਫਿਕਰ ਹੁੰਦਾ ਹੈ। ਜਿੰਨਾ ਚਿਰ ਕੋਈ ਚੀਜ਼ ਭੇਟਾ ਨਹੀਂ ਕੀਤੀ ਜਾਂਦੀ ਸਾਡੇ ਕੋਲ, ਉਹਨਾਂ ਚਿਰ ਸਾਨੂੰ ਫਰਕ ਹੈ। ਜਿੰਨਾ ਚਿਰ ਬੁੱਧੀ ਦੇ ਆਪ ਦੇ ਹੱਥ 'ਚ ਮਨ ਹੈ ਤਾਂ ਉਹਨੂੰ ਚਿੰਤਾ। ਜਦੋਂ ਬੁੱਧੀ ਨੇ ਮਨ ਚੱਕ ਕੇ ਆਪਣੇ ਮੂਲ ਨੂੰ ਭੇਟਾ ਕਰਤਾ, ਫਿਰ ਮੂਲ ਨੂੰ ਚਿੰਤਾ। ਕਿਉਂਕਿ ਸਾਡੇ ਮੂਲ ਕੋਲ ਬੇਅੰਤ ਗੁਣ ਨੇ, ਕਿਉਂਕਿ ਉਹ ਸੱਚਖੰਡ ਨਾਲ ਜੁੜਿਆ ਹੋਇਆ। ਸਾਡੇ ਜਿਹੜੇ 4 ਗੁਣ ਨੇ ਉਹ ਗਲ ਗਏ, ਉਹਦੇ ਵਾਲੇ 4 ਗੁਣ ਪੂਰੇ ਹੈ। ਜਦੋਂ ਸਾਡੇ ਵਾਲੇ 4 ਗੁਣ ਵੀ ਪੂਰੇ ਹੋ ਗਏ, ਉਹਦੇ ਨਾਲ ਰਲ ਗਏ, ਇੱਕਵੇਂ ਹੋ ਗਿਆ, ਤਾਂ 8 ਗੁਣ ਸੰਯੁਕਤ ਹੋ ਗਿਆ, ਤੇ ਫਿਰ ਇਹਦਾ ਬੇਅੰਤ ਗੁਣਾਂ ਨਾਲ ਮਿਲਾਪ ਹੋ ਜਾਣਾ, ਫਿਰ ਸਿੱਧਾ ਸ਼ਬਦ ਨਾਲ ਸੰਬੰਧ ਹੋ ਜਾਣਾ। ਫਿਰ ਤਾਂ ਹੀ ਪਾਤਸ਼ਾਹ ਲਿਖਿਆ ਨੇ ਅਗੰਮ ਅਗੰਮ ਅਸੰਖ ਲੋ। ਅਸੰਖਾਂ ਹੀ ਜੋਤਾਂ ਨੇ ਸੱਚਖੰਡ ਦੇ ਅੰਦਰ, ਜਿਨ੍ਹਾਂ ਬਾਰੇ ਕੁਝ ਵੀ ਵਿਖਿਆਨ ਨਹੀਂ ਹੁੰਦਾ, ਪਰ ਵਿਖਿਆਨ ਕੀਤਾ ਵੀ ਜਾਂਦਾ, ਕਰਕੇ ਵੀ ਵਿਖਿਆਨ ਨਹੀਂ ਹੁੰਦਾ। ਉਹ ਬੇਅੰਤ ਹੈ, ਅਗੰਮ ਹੈ, ਹਰ ਗੁਣ ਵਿੱਚ ਪੂਰਾ ਹੈ। ਸਾਡੀ ਬੁੱਧ ਛੋਟੀ ਹੈ, ਉਹ ਅਗੰਮ ਹੈ, ਅਥਾਹ ਹੈ। ਸਾਡੀ ਬੁੱਧੀ ਕਿੰਨੀ ਕੁ ਹੈ ਕਿ ਭਵ ਸਾਗਰ ਤੋਂ ਪਾਰ ਨਿਕਲ ਸਕੇ, ਪਰ ਤੂੰ ਤਾਂ ਅਗੰਮ ਹੈ, ਅਸੰਖ ਲੋ। ਤੇਰੀ ਲੋ ਹੈ, ਕੁਝ ਪਤਾ ਨਹੀਂ ਕਿੰਨੀ ਕੁ ਹੈ। ਧਰਤੀ ਤੇ ਉਸ ਦੀ ਲੋ ਚੇਤਨ ਰੂਪ ਵਿੱਚ ਹੈ, ਕੀ ਪਤਾ ਕਿੰਨੀਆਂ ਕੁ ਆਤਮਾਵਾਂ ਨੇ ਧਰਤੀ ਤੇ, ਸਾਥੋਂ ਤਾਂ ਗਿਣੀਆਂ ਨਹੀਂ ਜਾ ਸਕਦੀਆਂ। ਪਰ ਕਿੰਨੀਆਂ ਗਰਭ ਵਿੱਚ ਨੇ, ਕਿੰਨੀਆਂ ਕੁ ਧਰਤੀ ਤੇ ਨੇ, ਕਿੰਨੀਆਂ ਕੁ ਸੱਚਖੰਡ 'ਚ ਨੇ, ਕਿੰਨੀਆਂ ਕੁ ਪਾਣੀ 'ਚ ਨੇ, ਇਹ ਤੂੰ ਹੀ ਜਾਣਦਾ। ਅਸੀਂ ਤਾਂ ਬਸ ਅਸੰਖ ਹੀ ਕਹਿ ਸਕਦੇ।
ਅਸੰਖ ਕਹਿ ਕੇ ਵੀ ਪਾਤਸ਼ਾਹ ਕਹਿੰਦੇ ਮਨ ਨੂੰ ਤਸੱਲੀ ਨਹੀਂ ਆਉਂਦੀ। ਪਰ ਸਾਡੀ ਭਾਸ਼ਾ ਦੇ ਵਿੱਚ ਅਸੰਖ ਤੋਂ ਵੱਡਾ ਕੋਈ ਸ਼ਬਦ ਨਹੀਂ। ਬਾਕੀ ਸਾਰਾ ਕੁਝ ਤੂੰ ਜਾਣਦਾ। ਇੰਨਾ ਕੁਝ ਕਹਿ ਕੇ ਵੀ ਮਨ ਤੇ ਭਾਰ ਜਿਹਾ ਲੱਗਦਾ ਪਾਤਸ਼ਾਹ ਕਹਿੰਦੇ। ਬਾਕੀ ਜੋ ਕਹਾ ਰਿਹਾ ਹੈ ਤੂੰ ਉਹੀ ਸੱਚ ਹੈ। ਪਾਤਸ਼ਾਹ ਕਹਿੰਦੇ ਮੇਰੇ ਕੋਲੋਂ ਕੁਝ ਕਿਹਾ ਨਹੀਂ ਜਾ ਰਿਹਾ, ਪਰ ਫਿਰ ਵੀ ਤੂੰ ਮੇਰੇ ਤੋਂ ਬਹੁਤ ਕੁਝ ਕਹਾਇਆ। ਅਸੰਖ ਕਹਿ ਸਿਰ ਭਾਰ ਹੋਏ। ਕਹਿੰਦੇ ਮੇਰੀ ਬੁੱਧੀ ਦੇ ਉੱਪਰ ਫਿਰ ਵੀ ਭਾਰ ਜਿਹਾ ਮਹਿਸੂਸ ਹੁੰਦਾ ਵੀ ਕਿਤੇ ਕੋਈ ਹੋਰ ਸ਼ਬਦ ਹੁੰਦਾ ਮੈਂ ਉਹ ਵਰਤ ਦਿੰਦਾ। ਕਿ ਕੋਈ ਪਾਰਾਵਾਰ ਨਹੀਂ ਹੈ ਇਸ ਭਵ ਸਾਗਰ ਦਾ, ਵੀ ਕੋਈ ਥਾਂ ਨਹੀਂ ਪਾ ਸਕਦਾ। ਸੱਚਖੰਡ ਦਾ ਤਾਂ ਪਾਉਣਾ ਹੀ ਕੀ ਹੈ। ਉੱਥੇ ਜਿੰਨੀਆਂ ਜੋਤਾਂ ਨੇ, ਜਦੋਂ ਸਾਡੀ ਜੋਤ ਪੂਰੀ ਹੋ ਜਾਂਦੀ ਹੈ, ਜਦੋਂ ਉਹਦਾ ਸੰਬੰਧ ਸੱਚਖੰਡ ਨਾਲ ਹੋ ਜਾਂਦਾ, ਸੱਚਖੰਡ ਦੀ ਦ੍ਰਿਸ਼ਟੀ ਤੋਂ ਤਾਂ ਵੀ ਸਾਰਾ ਕੁਝ ਹੀ ਦਿਸਦਾ ਹੈ। ਪਰ ਸਾਰਾ ਕੁਝ ਦਿਸਦਾ ਵੀ ਹੈ ਤੇ ਉਹਦਾ ਵਰਣਨ ਕਰਨਾ ਵੀ ਔਖਾ ਹੋ ਜਾਂਦਾ, ਔਰ ਵਰਣਨ ਕੀਤਾ ਵੀ ਜਾਂਦਾ ਹੈ। ਉਹ ਵਰਣਨ ਕਿਵੇਂ ਹੁੰਦਾ, ਉਹ ਪਾਤਸ਼ਾਹ ਅੱਗੇ ਆਖਦੇ ਆ। ਕਹਿੰਦੇ ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ। ਹੁਣ ਦੇਖੋ ਇੱਥੇ ਪਾਤਸ਼ਾਹ ਕੀ ਲਿਖਦੇ। ਕਹਿੰਦੇ ਅੱਖਰੀ ਨਾਮ ਭਾਵ ਅੱਖਰਾਂ ਵਿੱਚ ਨਾਮ ਹੈ। ਹੁਣ ਅੱਖਰ ਨਾਮ ਨਹੀਂ ਹੈ, ਅੱਖਰੀ ਨਾਮ ਹੈ। ਅੱਖਰਾਂ ਦੇ ਵਿੱਚ ਨਾਮ ਹੈ। ਜਿਵੇਂ ਦੁੱਧ ਵਿੱਚ ਮੱਖਣ ਹੈ, ਦੁੱਧ ਮੱਖਣ ਨਹੀਂ ਹੈ, ਦੁੱਧ ਦੁੱਧ ਹੀ ਹੈ। ਦੁੱਧ ਦੇ ਵਿੱਚ ਮੱਖਣ ਹੈ। ਮੱਖਣ ਦੇ ਵਿੱਚ ਘਿਓ ਹੈ, ਮੱਖਣ ਘਿਓ ਨਹੀਂ ਹੈ। ਮੱਖਣ ਨੂੰ ਮੱਖਣ ਹੀ ਕਹਾਂਗੇ, ਉਹਦੇ ਵਿੱਚ ਘਿਓ ਹੈ। ਜਦੋਂ ਘਿਓ ਬਾਹਰ ਆ ਜਾਂਦਾ ਸੀ ਫਿਰ ਉਹਨੂੰ ਘਿਓ ਕਹਾਂਗੇ। ਇਸੇ ਤਰ੍ਹਾਂ ਹੀ ਅੱਖਰਾਂ ਦੇ ਵਿੱਚ ਕੁਛ ਹੈ ਸਾਨੂੰ ਦਿੱਤਾ ਹੋਇਆ। ਜਿਹੜਾ ਅੱਖਰਾਂ 'ਚ ਕੁਛ ਸਾਨੂੰ ਦਿੱਤਾ ਹੈ, ਜਿਹੜੀ ਅੱਖਰਾਂ 'ਚੋਂ ਸਾਨੂੰ ਸੋਝੀ ਆਉਣੀ ਆ, ਉਹ ਨਾਮ ਹੈ। ਜਿਵੇਂ ਪਾਣੀ ਇੱਕ ਅੱਖਰ ਹੈ। ਹੁਣ ਪਾਣੀ ਪੱਪੇ ਨੂੰ ਕੰਨਾ ਨਾਣੇ ਨੂੰ ਵਿਆਰੀ ਲਿਖ ਕੇ ਉਹਦੇ ਮਤਲਬ ਇਹ ਨਹੀਂ ਵੀ ਇਹ ਪਾਣੀ ਹੈ। ਉਸ ਅੱਖਰ ਦੇ ਵਿੱਚ ਪਾਣੀ ਬਾਰੇ ਸੰਕੇਤ ਦਿੱਤਾ ਵੀ ਪਾਣੀ ਵੀ ਕੋਈ ਚੀਜ਼ ਹੈ। ਫਿਰ ਸਾਨੂੰ ਉਸ ਦਾ ਗਿਆਨ ਲੈਣਾ ਪਊਗਾ ਵੀ ਉਹ ਪਾਣੀ ਕਿਹੋ ਜਿਹਾ ਹੁੰਦਾ, ਫਿਰ ਉਹ ਪ੍ਰਾਪਤ ਹੋਊਗਾ। ਸਾਨੂੰ ਗਿਆਨ ਪਹਿਲਾਂ ਲੈਣਾ ਪਿਆ ਵੀ ਵਸਤੂ ਇਹੋ ਜਿਹੀ ਹੈ। ਜੇ ਹੁਣ ਅਸੀਂ ਪਹਿਲਾਂ ਵਸਤੂ ਲੈ ਲਈਏ ਬਾਅਦ 'ਚ ਗਿਆਨ ਲਈਏ, ਜੇ ਵਸਤੂ ਗਲਤ ਚੱਕ ਲਈ ਫਿਰ ਕੀ ਕਰਾਂਗੇ। ਤਾਂ ਹੀ ਪਾਤਸ਼ਾਹ ਨੇ ਗੁਰਬਾਣੀ 'ਚ ਬਚਨ ਲਿਖਿਆ ਸੀ, ਇਸ ਮਨ ਕੋ ਕੋਈ ਖੋਜੋ ਭਾਈ। ਪਹਿਲਾਂ ਮਨ ਦੀ ਖੋਜ ਕਰੋ ਜਿਹਨੇ ਗਿਆਨ ਲੈਣਾ। ਹੁਣ ਗਿਆਨ ਤਾਂ ਕੋਈ ਲਿਆ ਹੀ ਨਹੀਂ, ਸਿੱਧਾ ਹੀ ਲੱਗ ਗਏ ਕਰਨ, ਸਿੱਧਾ ਹੀ ਮਨ ਨੂੰ ਵਾਸ 'ਚ ਕਰਨ ਦੇ ਚੱਕਰ 'ਚ ਪੈ ਗਏ। ਜਿਹੜੀ ਚੀਜ਼ ਦਾ ਗਿਆਨ ਹੀ ਨਹੀਂ ਕੋਈ, ਉਹਨੂੰ ਕਿਵੇਂ ਵਾਸ 'ਚ ਕਰਾਂਗੇ। ਪਹਿਲਾਂ ਉਹਦਾ ਗਿਆਨ ਲਵੋ, ਫਿਰ ਉਹਨੂੰ ਵਾਸ ਕਰਨ ਵਾਸਤੇ ਪਲਾਨ ਕਰੋ। ਸੋ ਪਾਤਸ਼ਾਹ ਕਹਿੰਦੇ ਅੱਖਰੀ ਨਾਮ ਭਾਵ ਅੱਖਰਾਂ ਦੇ ਵਿੱਚ ਨਾਮ ਹੈ। ਨਾਮ ਕੀ ਹੈ? ਆਤਮ ਗਿਆਨ। ਅੱਖਰਾਂ ਵਿੱਚ ਆਤਮ ਗਿਆਨ ਹੈ, ਸਿਫਤ ਸਲਾਹ ਹੈ। ਅੱਖਰ ਅੱਖਰ ਹੀ ਹੁੰਦਾ ਹੈ, ਅੱਖਰ ਨਾਮ ਨਹੀਂ ਹੁੰਦਾ। ਇਹ ਸਮਝਣ ਵਾਲੀ ਗੱਲ ਹੈ। ਅੱਖਰ ਤੇ ਨਾਮ ਇਕੱਠੇ ਨਹੀਂ ਕਰ ਸਕਦੇ। ਜਿਸ ਨੂੰ ਗਿਆਨ ਮਿਲਿਆ ਉਹ ਅੱਖਰਾਂ 'ਚੋਂ ਮਿਲਿਆ, ਤੇ ਉਸਨੇ ਵੀ ਅੱਗੇ ਅੱਖਰਾਂ ਵਿੱਚ ਹੀ ਦਿੱਤਾ। ਅੱਖਰਾਂ ਤੋਂ ਬਿਨਾਂ ਗਿਆਨ ਕਿਵੇਂ ਦੇਵਾਂਗੇ ਕਿਸੇ ਨੂੰ? ਭਾਵੇਂ ਲਿਖ ਕੇ ਦਿੱਤਾ ਜਾਵੇ, ਭਾਵੇਂ ਬੋਲ ਕੇ ਦਿੱਤਾ ਜਾਵੇ। ਇਹ ਅੱਖਰ ਤਾਂ ਸੰਦੇਸ਼ ਦੇਣ ਵਾਸਤੇ ਹਨ। ਗਿਆਨ ਤਾਂ ਪੜ੍ਹ ਸੁਣ ਕੇ ਬਣਦਾ ਹੈ, ਨਹੀਂ ਤਾਂ ਅੱਖਰ ਹੀ ਹਨ। ਅੱਖਰਾਂ ਵਿੱਚ ਗਿਆਨ ਤੇ ਗੁਣ ਗਾਇਨ ਹੈ। ਇਹ ਗੀਤ ਬਣਾ ਲਿਆ, ਇਹ ਸ਼ਬਦ ਹਨ। ਸੋ ਇਸ ਗੱਲ ਨੂੰ ਹੈ ਮੇਰੇ ਮਨਾਂ ਤੈਨੂੰ ਵਾਚਣਾ ਪਊਗਾ। ਅੱਖਰੀ ਨਾਮ ਅੱਖਰੀ ਸਲਾਹ, ਕਿ ਅੱਖਰਾਂ ਦੇ ਵਿੱਚ ਤੈਨੂੰ ਪਾਤਸ਼ਾਹ ਨੇ ਗਿਆਨ ਦਿੱਤਾ। ਉਹ ਜਿਹੜਾ ਗਿਆਨ ਤੂੰ ਅੱਖਰਾਂ 'ਚੋਂ ਪ੍ਰਾਪਤ ਕਰਨਾ ਹੈ, ਉਹਦੀ ਸਲਾਹ ਨਾਲ ਤੈਂ ਚੱਲਣਾ। ਜਿਵੇਂ ਤੈਨੂੰ ਅੱਖਰਾਂ 'ਚੋਂ ਗਿਆਨ ਮਿਲਿਆ ਉਵੇਂ ਤੂੰ ਚੱਲਣਾ।
ਜਿਵੇਂ ਸਾਨੂੰ ਪਤਾ ਲੱਗ ਗਿਆ ਵੀ ਇੱਥੋਂ ਫਲਾਣੇ ਪਿੰਡ ਅਸੀਂ ਜਾਣਾ ਹੈ, ਉਹਦਾ ਆਹ ਰਸਤਾ ਹੈ, ਪਿੰਡ ਦਾ ਆਹ ਨਿਸ਼ਾਨੀ ਹੈ, ਆਹ ਪਿੰਡ ਦਾ ਨਾਂ ਹੈ, ਫਲਾਣੇ ਪਾਸੇ ਉਹਦਾ ਘਰ ਹੈ, ਸਾਰਾ ਕੁਝ ਅਸੀਂ ਪਤਾ ਕਰਕੇ ਗਏ। ਪਹਿਲਾਂ ਉਹਦਾ ਗਿਆਨ ਲਿਆ। ਜਦੋਂ ਅਸੀਂ ਉਹਨੂੰ ਗਿਆਨ ਲੈ ਲਿਆ, ਫਿਰ ਅਸੀਂ ਉਹਦੇ ਮਾਰਗ ਤੁਰੇ। ਫਿਰ ਅਸੀਂ ਸਲਾਹ ਕਰਦੇ ਹਾਂ, ਗਿਆਨ ਦੀ ਨਾਲ ਆਪਣੇ ਮਨ ਨਾਲ ਸਲਾਹ ਵੀ ਕਰਦੇ ਹਾਂ ਵੀ ਇੱਥੋਂ ਮੁੜਨਾ ਹੈ, ਫਿਰ ਮੋੜ ਆਊਗਾ, ਫਿਰ ਇਸ ਤੋਂ ਅੱਗੇ ਮੁੜਨਾ, ਆਹ ਪਿੰਡ ਆ ਗਿਆ, ਆਹ ਪਿੰਡ ਦਾ ਨਾਂ ਹੈ, ਆਹ ਘਰ, ਫਿਰ ਹੀ ਅਸੀਂ ਜਾਂਦੇ ਹਾਂ ਨਾ। ਇਸੇ ਤਰ੍ਹਾਂ ਹੀ ਪਰਮਾਰਥ 'ਚ ਵੀ ਹੈ ਕਿ ਅੱਖਰਾਂ 'ਚੋਂ ਗਿਆਨ ਲਿਆ। ਕੀ ਗਿਆਨ ਲਿਆ? ਕਿ ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ, ਇਹ ਗਿਆਨ ਲੈ ਲਿਆ। ਪਰਤ੍ਰਿਆ ਰੂਪ ਨਾ ਪੇਖੈ ਨੇਤਰ, ਇਹ ਗਿਆਨ ਲੈ ਲਿਆ। ਮਥਨਾ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਇਹ ਗਿਆਨ ਲੈ ਲਿਆ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਟਲ ਹੈ, ਇਹ ਗਿਆਨ ਲੈ ਲਿਆ। ਇਹਦਾ ਗਿਆਨ ਲੈ ਲਿਆ, ਪਰ ਹੁਣ ਕਰਨਾ ਵੀ ਹੈ। ਉਸ ਗਿਆਨ ਦੀ ਸਲਾਹ ਨਾਲ ਚੱਲਣਾ ਵੀ ਹੈ ਕਿ ਪਰਕਾ ਬੁਰਾ ਨਾ ਰੱਖੋ ਚੀਤ। ਹੁਣ ਚਿੱਤ 'ਚ ਬੁਰਾ ਰੱਖਣਾ ਨਹੀਂ। ਜੇ ਇਕੱਲਾ ਗਿਆਨ ਹੀ ਲੈ ਲਿਆ ਵੀ ਕਿਸੇ ਦਾ ਬੁਰਾ ਨਹੀਂ ਜੀ ਕਰਨਾ ਚਾਹੀਦਾ, ਫਿਰ ਕਰੀ ਤਾਂ ਜਾ ਰਹੇ ਹਾਂ, ਫਿਰ ਉਹ ਗਿਆਨ ਕੁਛ ਨਹੀਂ ਕਰਦਾ। ਇਸੇ ਕਰਕੇ ਪਾਤਸ਼ਾਹ ਨੇ ਗੁਰ ਗਿਆਨ ਕਿਹਾ। ਗੁਰ ਗਿਆਨ ਦਿਓ ਮਨ ਸਮਝ, ਕਿ ਸਾਨੂੰ ਗੁਰ ਗਿਆਨ ਚਾਹੀਦਾ, ਇਕੱਲਾ ਗਿਆਨ ਨਹੀਂ ਚਾਹੀਦਾ। ਗੁਰ ਗਿਆਨ ਕੀ ਹੁੰਦਾ? ਕਿ ਸਾਡਾ ਭਲਾ ਕਿਹੜੇ ਕੰਮ 'ਚ ਹੈ, ਸਾਡਾ ਜੀਵਨ ਕਿਹੜੇ ਪਾਸੇ ਸਵੱਛ ਹੁੰਦਾ ਹੈ, ਸਾਡੀ ਮੰਜ਼ਿਲ ਕੀ ਹੈ, ਸਾਡਾ ਮਾਰਗ ਕੀ ਹੈ। ਜਦੋਂ ਮਨ ਨੂੰ ਉਸ ਗੁਰ ਗਿਆਨ ਦਾ ਪਤਾ ਤਾਂ ਮਨ ਸਮਝ ਜਾਂਦਾ। ਜਦੋਂ ਮਨ ਨੂੰ ਗਿਆਨ ਹੀ ਗਲਤ ਦਿੱਤਾ ਜਾਂਦਾ ਤਾਂ ਮਨ ਉਸੇ ਦੇ ਅਨੁਸਾਰ ਚੱਲੀ ਜਾਂਦਾ। ਕਸੂਰ ਮਨ ਦਾ ਨਹੀਂ ਹੈ, ਕਸੂਰ ਬੁੱਧੀ ਦਾ ਕਿ ਉਹ ਗਿਆਨ ਗਲਤ ਦੇ ਰਹੀ ਹੈ। ਕਸੂਰ ਬੱਚੇ ਦਾ ਨਹੀਂ, ਕਸੂਰ ਮਾਂ ਪਿਓ ਦਾ, ਕਿਉਂਕਿ ਉਹਨੂੰ ਸਿਖਾ ਗਲਤ ਰਹੇ। ਜਿਹੋ ਜਿਹਾ ਬੱਚੇ ਨੂੰ ਸਿਖਾਤਾ ਉਹਨੇ ਉਹੋ ਜਿਹਾ ਮੰਨ ਲੈਣਾ। ਅੱਜ ਸਿੱਖ ਮੱਤ ਵਿੱਚ ਵੀ ਆਹੀ ਕੁਛ ਹੈ। ਜਿਹੋ ਜਿਹਾ ਪ੍ਰਚਾਰਕ ਸਿਖਾਈ ਜਾਂਦੇ ਆ, ਜਿਹੋ ਜਿਹੀ ਗੁਰਬਾਣੀ ਦੀ ਵਿਆਖਿਆ ਕਰਕੇ ਸੁਣਾਈ ਜਾਂਦੇ, ਲੋਕ ਉਹ ਜੇ ਕਰੀ ਜਾਂਦੇ ਆ। ਰਿਜ਼ਲਟ ਕੋਈ ਨਹੀਂ ਆਉਂਦਾ। ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਇੰਨਾ ਸਮਾਂ ਹੋ ਗਿਆ, ਕੀ ਰਿਜ਼ਲਟ ਹੈ ਜੀ? ਉਹ ਕਹਿੰਦੇ ਜੀ ਬਸ ਸ਼ਰਧਾ ਰੱਖਣੀ ਚਾਹੀਦੀ ਹੈ, ਗੁਰਬਾਣੀ ਨਹੀਂ ਪਰਖਣੀ ਚਾਹੀਦੀ। ਗੁਰੂ ਨੂੰ ਪਰਖੀ ਦਾ ਥੋੜ੍ਹਾ ਹੁੰਦਾ, ਗੁਰੂ ਦਾ ਭਲਾ ਹੀ ਕਰਦਾ। ਪਰ ਗੁਰਬਾਣੀ 'ਚ ਲਿਖਿਆ ਕਿ ਪਰਖੈ ਗੁਰ ਕੀ ਬਾਤ ਖਰੀ। ਕਹਿੰਦੇ ਗੁਰ ਦੀ ਪਹਿਲਾਂ ਬਾਤ ਵੀ ਪਰਖ ਲਿਓ ਵੀ ਸਹੀ ਵੀ ਹੈ, ਕਿਤੇ ਗਲਤੀ ਤਾਂ ਨਹੀਂ। ਦੇਖੋ ਪਰਖ ਕੇ, ਸੱਚ ਬੋਲ ਕੇ ਦੇਖੋ, ਮਹੀਨਾ ਡੇਢ ਮਹੀਨਾ ਲਗਾਤਾਰ ਵੀ ਕੀ ਰਿਜ਼ਲਟ ਆਉਂਦਾ। ਵਰਤ ਕੇ ਦੇਖੋ, ਮਹੀਨਾ 2 ਮਹੀਨੇ, ਸਾਲ 6 ਮਹੀਨੇ, ਕਿ ਇੱਛਾ ਮਾਇਆ ਦੀ ਨਹੀਂ ਕਰਨੀ। ਕੀ ਮਾਇਆ ਬਗੈਰ ਇੱਛਾ ਤੋਂ ਮਿਲਦੀ ਹੈ? ਸੰਸਾਰ ਦੀ ਕੋਈ ਚੀਜ਼ ਮੰਗਣੀ ਨਹੀਂ। ਕੀ ਬਗੈਰ ਮੰਗੇ ਤੋਂ ਕੁਛ ਮਿਲਦਾ? ਜੇ ਬਗੈਰ ਮੰਗੇ ਤੋਂ ਹੀ ਕੁਛ ਮਿਲਦਾ, ਫਿਰ ਇੱਛਾ ਕਰਨ ਦੀ ਕੀ ਲੋੜ ਹੈ? ਜਾਂ ਤਾਂ ਹੋਵੇ ਵੀ ਤੁਹਾਨੂੰ ਮੰਗਣਾ ਹੀ ਪਊਗਾ, ਤਾਂ ਤੁਹਾਨੂੰ ਦਊਗਾ ਪਰਮੇਸ਼ਰ। ਜਦ ਕਿ ਪਰਮੇਸ਼ਰ ਤਾਂ ਕਹਿੰਦਾ ਕਿ ਜੋ ਕੁਛ ਪਾਇਆ ਸੋ ਇੱਕਾ ਵਾਰ, ਮੈਂ ਤੈਨੂੰ ਸਾਰਾ ਕੁਝ ਦੇਤਾ, ਬਸ ਇਹ ਤੂੰ ਕਿਉਂ ਮੰਗਦਾ? ਜੋ ਮੰਗ ਹੈ ਸੋ ਭੁੱਖਾ ਰਹਿ, ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿ ਜਿਹੜੀ ਚੀਜ਼ ਮੰਗਣੀ ਹੈ ਉਹ ਮੰਗ ਨਹੀਂ ਰਿਹਾ, ਜਿਹੜੀ ਨਹੀਂ ਮੰਗਣੀ ਉਹਦੇ ਲਈ ਤੂੰ ਤਰਲੇ ਕਰਦਾ। ਸੋ ਅੱਖਰੀ ਨਾਮ ਅੱਖਰੀ ਸਲਾਹ ਹੈ ਮੇਰੇ ਮਨਾ, ਤੇਰੇ ਵਾਸਤੇ ਪਾਤਸ਼ਾਹ ਨੇ ਇਹਨਾਂ ਅੱਖਰਾਂ ਦੇ ਵਿੱਚ ਗਿਆਨ ਦਿੱਤਾ ਹੈ। ਇਸ ਗਿਆਨ ਨੂੰ ਸਮਝ, ਵਿਚਾਰ, ਉਹਦੇ ਨਾਲ ਸਲਾਹ ਕਰਕੇ ਚੱਲ ਵੀ ਗੁਰਬਾਣੀ ਆਏ ਕਹਿੰਦੀ ਆਪਾਂ ਐਂ ਕਰਨਾ ਹੈ, ਬਸ ਉਹ ਕੁਛ ਕਰਨਾ ਹੈ। ਉਹ ਕਰਨ ਦੀ ਬਜਾਏ ਤੂੰ ਕੁਛ ਹੋਰ ਕਰਨ ਲੱਗ ਗਿਆ। ਅੱਗੇ ਦੇਖੋ ਬਚਨ ਕੀ ਲਿਖਿਆ, ਅੱਖਰੀ ਗਿਆਨ ਗੀਤ ਗੁਣ ਗਾ। ਗਿਆਨ ਦੇ ਥੱਲੇ ਨੰਨੇ ਨੂੰ ਔਂਕੜ, ਕਿ ਅੱਖਰਾਂ ਦੇ ਵਿੱਚ ਗਿਆਨ ਹੈ। ਨਾਮ ਦਾ ਅਰਥ ਆ ਗਿਆ ਨਾ, ਅੱਖਰੀ ਨਾਮ ਅੱਖਰੀ ਗਿਆਨ, ਅੱਖਰੀ ਸਲਾਹ ਗੀਤ ਗੁਣ ਗਾ। ਆਏਂ ਗੁਰਬਾਣੀ ਨਾਲ ਦੀ ਨਾਲ ਹੀ ਅਰਥਾਈ ਹੋਈ ਹੈ ਪਾਤਸ਼ਾਹ ਨੇ, ਕਿ ਤੁਹਾਨੂੰ ਕਿਤੇ ਭੁਲੇਖਾ ਨਾ ਪੈ ਜਾਵੇ। ਕਿਉਂਕਿ ਨਾਮ ਤਾਂ ਸੰਸਾਰ 'ਚ ਬਹੁਤ ਨੇ, ਹਰ ਕੋਈ ਆਪੋ ਆਪਣਾ ਨਾਮ ਲਈ ਫਿਰਦਾ, ਜਦ ਕਿ ਨਾਮ ਇੱਕੋ ਹੀ ਹੁੰਦਾ। ਹੁਕਮ ਇੱਕੋ ਹੀ ਹੈ, ਪਰ ਹੁਕਮ ਨੂੰ ਛੱਡ ਕੇ ਨਾਮ ਹੁਕਮ ਨੂੰ ਮੰਨਣ ਦੀ ਬਜਾਏ ਇੱਕ ਸ਼ਬਦ ਨੂੰ ਨਾਮ ਮੰਨ ਲਿਆ। ਜਿਵੇਂ ਅਸੀਂ ਕਹਿੰਦੇ ਜੀ ਵਾਹਿਗੁਰੂ ਦਾ ਸਿਮਰਨ ਕਰੋ,
ਰੱਬ ਦਾ ਨਾਮ ਜਪੋ। ਹੁਣ ਜਦੋਂ ਅਸੀਂ ਸ਼ਬਦ ਇਹ ਵਰਤਦੇ ਹਾਂ ਕਿ ਰੱਬ ਦਾ ਨਾਮ ਜਪੋ, ਵਾਹਿਗੁਰੂ ਦਾ ਸਿਮਰਨ ਕਰੋ, ਪਰ ਕਰਦੇ ਕੀ ਹੈ? ਵਾਹਿਗੁਰੂ ਦਾ ਸਿਮਰਨ ਕਰਨ ਦੀ ਬਜਾਏ, ਰੱਬ ਦਾ ਨਾਮ ਜਪਣ ਦੀ ਬਜਾਏ ਰੱਬ ਰੱਬ ਕਰਨ ਲੱਗ ਗਏ। ਵਾਹਿਗੁਰੂ ਦਾ ਸਿਮਰਨ ਕਰਨ ਦੀ ਬਜਾਏ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਏ। ਵਾਹਿਗੁਰੂ ਫਿਰ ਤਾਂ ਵੱਖਰਾ ਤੁਹਾਡੀ ਭਾਸ਼ਾ ਮੁਤਾਬਕ, ਰੱਬ ਤਾਂ ਇੱਕ ਵੱਖਰੀ ਚੀਜ਼ ਹੈ, ਉਹਦਾ ਨਾਮ ਜਪਣਾ ਹੈ, ਫਿਰ ਨਾਮ ਕੋਈ ਹੋਰ ਹੈ ਨਾ। ਸ਼ਬਦ ਅਸੀਂ ਸਹੀ ਵਰਤਦੇ ਹਾਂ, ਕਿਰਿਆ ਗਲਤ ਕਰਦੇ ਹਾਂ। ਇਹੀ ਗੱਲ ਗੁਰਬਾਣੀ ਕਹਿੰਦੀ ਹੈ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਏ। ਕਹਿੰਦੇ ਮੂਰਖ ਪ੍ਰਾਣੀ, ਨਾਮ ਤਾਂ ਤੂੰ ਜਾਣੇ ਹੀ ਨਹੀਂ ਰਾਮ ਦਾ, ਤੂੰ ਤਾਂ ਰਾਮ ਨੂੰ ਹੀ ਨਾਮ ਮੰਨ ਕੇ ਬੈਠ ਗਿਆ। ਰਾਮ ਤਾਂ ਹਾਕਮ ਹੈ, ਹਾਕਮ ਦਾ ਹੁਕਮ ਨਾਮ ਹੁੰਦਾ। ਤਾਂ ਹੀ ਪਾਤਸ਼ਾਹ ਨੇ ਲਿਖਿਆ ਵੀ ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਉਹ ਕਹਿੰਦੇ ਤੁਸੀਂ ਤਾਂ ਰਾਮ ਰਾਮ ਕਰਨ ਲੱਗ ਗਏ, ਉਹ ਰਾਮ ਰਾਮ ਕਰਦੇ ਸੀ, ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ। ਫਰਕ ਤਾਂ ਕੋਈ ਨਹੀਂ ਹੈਗਾ। ਕਹੇ ਤੇ ਫਿਰ ਅਸੀਂ ਗੁੱਸਾ ਕਰਾਂਗੇ ਜੀ, ਐਂ ਕਹਿੰਦੇ ਆ। ਤੁਸੀਂ ਗੁਰਬਾਣੀ ਦੇ ਐਂਗਲ ਤੇ ਆਓ ਗੱਲ। ਫਿਰ ਅਸੀਂ ਪਿਛਲੀਆਂ ਜੀ ਫਲਾਨੇ ਫਲਾਨੇ ਐਂ ਕਰਦੇ ਸੀ ਉਹਨਾਂ ਨੂੰ, ਚਲੋ ਜੇ ਪਿਛਲੇ ਵੀ ਐਂ ਕਰਦੇ ਸੀ, ਤੁਸੀਂ ਹੁਣ ਤੁਸੀਂ ਕਰਦੇ ਹੋ, ਤੁਸੀਂ ਦੱਸੋ ਕੀ ਪ੍ਰਾਪਤੀ ਹੈ? ਪਿਛਲੇ ਤਾਂ ਚਲੋ ਅਸੀਂ ਦੇਖੇ ਨਹੀਂ, ਤੁਸੀਂ ਦੱਸੋ ਤੁਹਾਡੇ ਕੋਲ ਕੀ ਪ੍ਰਾਪਤੀ ਹੈ? ਨਹੀਂ ਜੀ ਪ੍ਰਾਪਤੀ ਤਾਂ ਕੁਛ ਨਹੀਂ। ਫਿਰ ਔਰ ਜਿਨ੍ਹਾਂ ਕੋਲ ਅਸਲੀ ਨਾਮ ਹੈ ਉਹਨਾਂ ਕੋਲ ਪ੍ਰਾਪਤੀ ਹੈ। ਆ ਪਾਤਸ਼ਾਹੀਆਂ ਕੋਲ ਅਸਲੀ ਨਾਮ ਸੀ, ਪ੍ਰਾਪਤੀ ਹੋਈ ਹੈ। ਅੱਜ ਵੀ ਬੇਅੰਤ ਗੁਰਮੁਖ ਹੈਗੇ, ਗੁਰਸਿੱਖ ਹੈਗੇ ਜਿਨ੍ਹਾਂ ਕੋਲ ਅਸਲੀ ਨਾਮ ਆ, ਉਹ ਬੇਖੌਫ ਨੇ। ਉਹ ਕਿਸੇ ਦਾ ਭੈ ਨਹੀਂ ਕਰਦੇ, ਕਿਸੇ ਦਾ ਹੱਕ ਨਹੀਂ ਮਾਰਦੇ, ਸਭ ਦਾ ਬੁਰਾ ਨਹੀਂ ਕਿਸੇ ਦਾ ਬੁਰਾ ਨਹੀਂ ਕਰਦੇ, ਸਭ ਦੇ ਭਲੇ ਬਾਰੇ ਸੋਚ ਰਹੇ ਆ, ਔਰ ਕਰਦੇ ਵੀ ਨੇ। ਸੋ ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ, ਗੀਤ ਗੁਣ ਗਾ। ਪਾਤਸ਼ਾਹ ਕਹਿੰਦੇ ਅੱਖਰਾਂ ਦੇ ਵਿੱਚ ਤੁਹਾਨੂੰ ਅਸੀਂ ਗਿਆਨ ਦਿੱਤਾ, ਇਹ ਗੀਤ ਬਣਾ ਕੇ ਦਿੱਤਾ ਹੋਇਆ ਵੀ ਚੱਲ ਸੌਖਾ ਰਹੇ ਤੁਹਾਨੂੰ। ਇਹ ਗੁਣ ਨੇ, ਪਰ ਇਹ ਕਿਹੜਾ ਨਿਰਾ ਪੂਰਾ ਗੀਤ ਨਹੀਂ ਹੈ। ਕਿਤੇ ਇਹ ਗੱਲ ਨਾ ਮੰਨ ਲਿਓ ਵੀ ਨਿਰਾ ਪੂਰਾ ਗੀਤ ਹੀ ਹੈ, ਕਿਉਂਕਿ ਇਸ ਗੱਲ ਤੋਂ ਵੀ ਕਬੀਰ ਸਾਹਿਬ ਨੇ ਰੋਕਿਆ ਵੀ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਕਿ ਨਿਰਾ ਪੂਰਾ ਗੀਤ ਹੀ ਨਾ ਮੰਨ ਲਿਓ, ਇਹਨੂੰ ਗਾਉਣ ਤੱਕ ਹੀ ਨਾ ਰਹਿ ਜਿਓ। ਇਹਦੇ ਗੁਣ ਨੇ, ਉਹਨਾਂ ਗੁਣਾਂ ਨੂੰ ਫੜਨਾ ਹੈ। ਗੁਣ ਗਾ, ਆਪਣੇ ਹਿਰਦੇ ਵਿੱਚ ਉਹਨਾਂ ਗੁਣਾਂ ਦੀ ਪਕੜ ਕਰ। ਔਗਣਾਂ ਦੀ ਪਕੜ ਛੱਡ, ਗੁਣਾਂ ਦੀ ਪਕੜ ਧਾਰਨ ਕਰ। ਇਹ ਸਾਨੂੰ ਪਾਤਸ਼ਾਹ ਨੇ ਸੁੱਖ ਦੇਣ ਵਾਸਤੇ ਚੀਜ਼ ਬਣਾਈ ਹੈ। ਤਾਂ ਪਾਤਸ਼ਾਹ ਨੇ ਲਿਖਿਆ ਅੱਖਰੀ ਨਾਮ ਅੱਖਰੀ ਸਲਾਹ, ਹੈ ਮੇਰੇ ਮਨਾ। ਅੱਖਰਾਂ ਦੇ ਅੰਦਰ ਪਾਤਸ਼ਾਹ ਨੇ ਤੈਨੂੰ ਸੋਝੀ ਬਖਸ਼ੀ ਹੈ, ਇਸ ਸੋਝੀ ਨੂੰ ਪ੍ਰਾਪਤ ਕਰਕੇ ਇਹਦੇ ਅਨੁਸਾਰ ਚੱਲ। ਇਹ ਸੋਝੀ ਗਿਆਨ ਰੂਪ ਦੇ ਅੰਦਰ, ਇਸ ਗਿਆਨ ਨੂੰ ਤੂੰ ਮੰਨਣਾ, ਗੀਤ ਬਣਾ, ਸੁਰ 'ਚ ਰਹਿ, ਤਾਲ 'ਚ ਰਹਿ, ਤਾਂ ਕਿ ਜਿਹੜੇ ਗੁਣ ਨੇ, ਆਤਮਿਕ ਗੁਣ ਨੇ, ਜਿਹੜੇ ਤੇਰੇ ਗੁਣ ਗਲੇ ਹੋਏ ਨੇ, ਉਹਨਾਂ ਗੁਣਾਂ ਨੂੰ ਪੂਰੇ ਕਰ, ਆਪਣੇ ਹਿਰਦੇ ਵਿੱਚ ਵਸਾ, ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਹੇ ਮੇਰੇ ਮਨਾ, ਬਾਕੀ ਤੇਰੀ ਆਪਣੀ ਮਰਜ਼ੀ ਹੈ। ਗੁਰਬਾਣੀ ਤੈਨੂੰ ਹਰ ਵੇਲੇ ਸੋਝੀ ਦਿੰਦੀ ਹੈ। ਜਦੋਂ ਮਰਜ਼ੀ ਤੂੰ ਗੁਰਬਾਣੀ ਦੀ ਸ਼ਰਨ ਵਿੱਚ ਆ, ਉਸੇ ਵੇਲੇ ਗੁਰਬਾਣੀ ਤੈਨੂੰ ਸਮੱਤ ਬਖਸ਼ਦੀ ਹੈ। ਤੇ ਗੁਰਬਾਣੀ ਦੀ ਸਮੱਤ ਜੀਵਨ ਦਾ ਭਲਾ ਲੋਚਦੀ ਹੈ। ਤੇਰੀ ਜਿਹੜੀ ਆਪਣੀ ਇੱਛਾ ਹੈ ਉਹ ਤੇਰੇ ਜੀਵਨ ਨੂੰ ਖਰਾਬ ਕਰਦੀ ਹੈ। ਸੋ ਬਾਕੀ ਤੇਰੀ ਆਪਣੀ ਮਰਜ਼ੀ ਹੈ। ਜੇ ਗੁਰ ਦੀ ਗੱਲ ਮੰਨੀ ਚੱਲੇਗਾ ਤਾਂ ਜੀਵਨ ਸਫਲ ਹੈ, ਜੇ ਆਪਣੀ ਮਰਜ਼ੀ ਅਨੁਸਾਰ ਚੱਲੇਗਾ ਫਿਰ ਜੀਵਨ ਅਸਫਲ ਹੈ। ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।